ਆਇਲਸ ਕਰਦੇ ਆ, ਪੀਟੀ ਕਰਦੇ ਆ, ਟਫਲ ਕਰਦੇ ਆ। ਉੱਥੇ ਦੇ ਕਾਲਜ ਬਹੁਤ ਸਾਰੇ ਅਦਾਰੇ ਇੱਕ ਮੋਡਿਊਲ 5.5 ਨੂੰ ਅਸੈਪਟ ਕਰਦੇ ਆ, ਪੀਟੀ ਨੂੰ ਅਸੈਪਟ ਕਰਦੇ ਆ। ਫਿਰ ਉਸ ਤੋਂ ਬਾਅਦ ਇਹ ਗੱਲ ਕਿਉਂ ਆ ਜਾਂਦੀ ਹੈ ਕਿ ਤੁਹਾਡੀ ਲੈਂਗੁਏਜ ਜਿਹੜੀ ਆਪਾਂ ਕਹੀਏ ਤਾਂ ਐਲੀਜੀਬਿਲਟੀ ਮੀਟ ਨਹੀਂ ਹੋ ਰਹੀ। ਇੱਕ 'ਚ 5.5 ਜਾਂ 2 'ਚ 5.5 ਨੇ ਤੁਹਾਡਾ ਕੈਨੇਡਾ ਵਿੱਚ ਕੋਈ ਵੀਜ਼ਾ ਇਹਦੇ ਤੇ ਗ੍ਰਾਂਟ ਨਹੀਂ ਹੋਣ ਲੱਗਾ। ਇਸ ਲਈ ਉਹ ਅੱਜ ਕੱਲ ਬੇਸਿਕਲੀ ਇਹ ਹੋ ਰਿਹਾ ਕਿ ਅਗਰ ਇੱਕ 'ਚ 5.5 ਹੈ ਤਾਂ AI ਹੀ ਰਿਜੈਕਸ਼ਨ ਮਾਰ ਰਿਹਾ ਸਿੱਧਾ ਡਾਇਰੈਕਟਲੀ। ਉਹ ਫਾਈਲ ਰਿਵਿਊ ਵਿੱਚ ਵੀ ਨਹੀਂ ਜਾ ਰਹੀ ਤੁਹਾਡੀ। ਪਰਪਸ ਆਫ ਸਟੱਡੀਜ਼ ਵੀਕ, ਤਾਂ ਉਹ ਵੀਕ ਕਿਵੇਂ ਆ ਹੁਣ ਉਹ ਵੀ ਸਾਨੂੰ SOP ਦੇ ਥਰੂ ਪੇਸ਼ ਕਰਨਾ ਪਏਗਾ। जो करियर प्रोग्रेशन है वो इस्टेब्लिश हो पा रहा है या नहीं हो पा रहा, वो चीज़ां जब तक आप क्लियर कट नहीं करांगे तो SOP का मतलब यही है स्टेटमेंट ऑफ पर्पस कि थोड़ा आन दा पर्पस की है। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਇਮੀਗ੍ਰੇਸ਼ਨ ਸਾਈਜ਼ ਤੁਹਾਡੀ। ਤੁਸੀਂ ਦੇਖ ਰਹੇ ਹੋ, ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਫਿਰ ਤੋਂ ਗੱਲਬਾਤ ਕਰਾਂਗੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਲੈ ਕੇ। ਔਰ ਇੱਕ ਵਾਰ ਫਿਰ ਤੋਂ ਮੇਰੇ ਨਾਲ ਜੁੜੇ ਨੇ ਸਪੇਅਰਹੈਡ ਇੰਟਰਨੈਸ਼ਨਲ ਤੋਂ ਮੈਡਮ ਡਿੰਪਲ ਵਰਮਾ ਜੀ, ਜੋ ਕਿ ਸਪੇਅਰਹੈਡ ਇੰਟਰਨੈਸ਼ਨਲ ਨੂੰ ਰਿਪਰੈਜ਼ੈਂਟ ਕਰਦੇ ਨੇ। ਇਹਨਾਂ ਦਾ ਬਹੁਤ ਬਹੁਤ ਵੈਲਕਮ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੇ ਨਾਲ ਤੁਸੀਂ ਜੁੜ ਸਕਦੇ ਹੋ, ਸਕਰੀਨ ਦੇ ਹੇਠਾਂ ਨੰਬਰ ਸਾਂਝੇ ਕਰ ਰਹੇ ਹਾਂ, ਕਾਲ ਕਰ ਸਕਦੇ ਹੋ ਔਰ ਮੈਸੇਜ ਵੀ ਤੁਸੀਂ ਡ੍ਰੌਪ ਕਰ ਸਕਦੇ ਹੋ। ਤੁਸੀਂ ਸਾਨੂੰ ਫੇਸਬੁੱਕ, YouTube ਔਰ ਇੰਸਟਾਗ੍ਰਾਮ ਦੇ ਮਾਧਿਅਮ ਦੇ ਰਾਹੀਂ ਦੇਖ ਰਹੇ ਹੋ। ਤੁਸੀਂ ਕਿਸੇ ਵੀ ਸੋਸ਼ਲ ਵੈਬਸਾਈਟ ਦੇ ਥਰੂ ਸਾਡੇ ਨਾਲ ਜਿਹੜਾ ਆਪਣਾ ਰਾਬਤਾ ਆ ਉਹ ਕਾਇਮ ਕਰ ਸਕਦੇ ਹੋ ਅਤੇ ਆਪਣੇ ਸਵਾਲਾਂ ਦੇ ਸਾਡੇ ਤੋਂ ਜਵਾਬ ਲੈ ਸਕਦੇ ਹੋ। ਚਰਚਾ ਦਾ ਵਿਸ਼ਾ ਹੈ, ਇਕੱਲੇ ਫਰੈਸ਼ਰ ਸਟੂਡੈਂਟਸ ਨਹੀਂ ਹੈ। ਚਰਚਾ ਦਾ ਵਿਸ਼ਾ ਹੈ ਹਰੇਕ ਉਹ ਕੈਂਡੀਡੇਟ, ਹਰੇਕ ਉਹ ਐਪਲੀਕੈਂਟ ਹੈ ਜਿਹੜਾ ਕੈਨੇਡਾ ਜਾਣ ਦਾ ਸੁਪਨਾ ਸੰਜੋ ਕੇ ਬੈਠਾ ਹੈ ਪਰ ਰਿਜੈਕਸ਼ਨ ਤੋਂ ਡਰਦਾ ਹੈ। ਪਹਿਲੀ ਗੱਲ ਇਹ ਕਿ ਰਿਜੈਕਸ਼ਨ ਆਵੇ ਹੀ ਨਾ ਤਾਂ ਬਹੁਤ ਵਧੀਆ ਗੱਲ ਹੈ। ਕਿਹੜੇ ਪੈਰਾਮੀਟਰਸ ਹੈ ਜਿਨ੍ਹਾਂ ਦੇ ਉੱਪਰ ਅਸੀਂ ਅੱਜ ਫੋਕਸ ਕਰਾਂਗੇ, ਅੱਜ ਕੰਮ ਕਰਾਂਗੇ ਤਾਂ ਕਿ ਰਿਜੈਕਸ਼ਨ ਦਾ ਸਾਨੂੰ ਸਾਹਮਣਾ ਹੀ ਨਾ ਕਰਨਾ ਪਵੇ। ਪਹਿਲੀ ਚੀਜ਼ ਇਹ ਆ ਜਾਂਦੀ ਹੈ। ਦੂਜੀ ਗੱਲ ਇਹ ਆ ਜਾਂਦੀ ਹੈ ਕਿ ਹੁਣ ਰਿਜੈਕਸ਼ਨ ਆ ਗਈ, ਹੁਣ ਕੀ ਕਰੀਏ ਤਾਂ ਕਿ ਬੈਨ ਨਾ ਲੱਗ ਜਾਵੇ। ਅਤੇ ਬਹੁਤ ਸਾਰੇ ਕੇਸਿਸ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਕੈਨੇਡਾ ਆਮ ਤੌਰ 'ਤੇ ਜਦੋਂ ਵੀ ਰਿਜੈਕਸ਼ਨ ਦਿੰਦਾ ਸੀ ਤਾਂ ਇੱਕੋ ਗੱਲ ਕਹਿੰਦਾ ਸੀ, ਤੁਸੀਂ ਵਾਪਸ ਆਪਣੇ ਮੁਲਕ ਨਹੀਂ ਪਰਤਣਾ, ਇਸ ਕਰਕੇ ਅਸੀਂ ਤੁਹਾਡੀ ਐਪਲੀਕੇਸ਼ਨ ਨੂੰ ਰਿਜੈਕਟ ਕਰ ਰਹੇ ਹਾਂ। ਪਰ ਜਦੋਂ ਅਸੀਂ ਡੀਪ ਸਟੱਡੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਅਸੀਂ ਕੇਪਸ ਨੋਟ ਵਾਲੇ ਰਾਹ 'ਤੇ ਤੁਰਦੇ ਹਾਂ ਤਾਂ ਸਾਨੂੰ ਹੋਰ ਡਿਟੇਲ 'ਚ ਗੱਲਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਡੇ ਸਾਹਮਣੇ ਆਉਂਦੀਆਂ ਨੇ। ਉਹ ਡਿੰਪਲ ਮੈਮ ਸਾਨੂੰ ਥੋੜ੍ਹਾ ਜਿਹਾ ਕਲੀਅਰ ਕਰਨਗੇ। ਮੈਮ ਕਿਸ ਤਰੀਕੇ ਦੇ ਨਾਲ ਕਿ ਜਿਹੜਾ ਬੱਚਾ ਚਲੋ ਫਰੈਸ਼ਰ ਹੈ ਉਹਨੂੰ ਤਾਂ ਆਪਾਂ ਗਾਈਡ ਕਰਾਂਗੇ ਕਿ ਕਿਵੇਂ ਤੁਸੀਂ ਬਚਣਾ ਹੈ, ਬਟ ਜਿਹਦੀ ਹੁਣ ਰਿਜੈਕਸ਼ਨ ਆ ਗਈ ਪਹਿਲਾਂ ਆਪਾਂ ਉਹਨਾਂ ਨੂੰ ਚੁੱਕ ਲੈਂਦੇ ਹਾਂ। ਉਹ ਕਿਸ ਆਧਾਰ ਦੇ ਉੱਪਰ ਆਪਣੀ ਰਿਜੈਕਸ਼ਨ ਦੇ ਰੀਜ਼ਨਸ ਜਾਣ ਸਕਦੇ ਨੇ? ਸੋ ਜਨਰਲੀ ਇਹ ਹੁੰਦਾ ਆ ਕਿ ਇੱਕ ਜੈਨਰਿਕ ਜਾਂ ਆਨਸਰ ਜੋ ਹੈ ਬੱਚੇ ਦੇ ਰਿਜੈਕਸ਼ਨ ਲੈਟਰ 'ਤੇ ਲਿਖਿਆ ਹੁੰਦਾ ਆ ਕਿ ਵੀਜ਼ਾ ਆਫਿਸਰ ਕਹਿੰਦਾ ਆ ਕਿ आई एम नॉट सैटिस्फाइड दैट यू विल बी कमिंग बैक टू योर होम कंट्री। तो एक जेनरिक रिजेक्शन लेटर है। कोई बहुत रेयर एक्सेप्शनल केसेस है कि रिजेक्शन लेटर ते ही उन्होंने रीजन दस्सिया होवे, अगर फाइनेंस वगैरह थोड़े लो ने तो उन्होंने मैंशन किया होवे। अदरवाइज उन्होंने खगोलन लई कि एक्चुअल च रिजेक्शन थोड़ा क्यों आया आ, उहदे लई केप्स नोट्स अप्लाई करने पैंदे ने। तो केप्स नोट्स ਦੇ ਵਿੱਚ ਹੀ ਵੀਜ਼ਾ ਆਫਿਸਰ ਐਕਚੁਅਲ ਵਿੱਚ ਰੀਜ਼ਨ ਆਪਣਾ ਲਿਖਦਾ ਆ ਕਿ ਉਹਨੇ ਬੱਚੇ ਦੀ ਜਦ ਸਟੱਡੀ ਕੀਤੀ ਪ੍ਰੋਫਾਈਲ ਤਾਂ ਉਹਦੇ ਵਿੱਚੋਂ ਉਹਨੂੰ ਕਿਹੜੀ ਚੀਜ਼ ਇਹੋ ਜਿਹੀ ਸੀ ਜਿਹੜੀ ਨਹੀਂ ਜਚੀ ਜਿਹਦੇ ਕਰਕੇ ਉਹਨੇ ਰਿਜੈਕਸ਼ਨ ਦੇਤਾ। ਤਾਂ ਜਿਹਦਾ ਵੀ ਰਿਜੈਕਸ਼ਨ ਆਇਆ ਹੋਇਆ ਹੈ, ਅੱਜ ਦਾ ਵਿਸ਼ਾ ਇਹੀ ਹੈ ਕਿ ਜਿਹੜੇ ਬੱਚੇ ਰਿਜੈਕਸ਼ਨ ਲੈ ਕੇ ਬੈਠੇ ਹੋਏ ਨੇ ਤਾਂ ਕੇਪਸ ਨੋਟ ਆਪਣਾ ਜ਼ਰੂਰ ਅਪਲਾਈ ਕਰੋ। ਉਹਦੇ ਵਿੱਚ ਹੀ ਇਨ ਡੈਪਥ ਤੁਹਾਨੂੰ ਸਟੱਡੀ ਪਤਾ ਲੱਗੇਗੀ ਕਿ ਵੀਜ਼ਾ ਆਫਿਸਰ ਨੇ ਤੁਹਾਡੀ ਫਾਈਲ ਨੂੰ ਸਿਲੈਕਟ ਕਿਉਂ ਨਹੀਂ ਕੀਤਾ। ਠੀਕ ਹੈ। ਤਾਂ ਕੇਪਸ ਨੋਟ ਤੁਸੀਂ ਕਿਤੋਂ ਵੀ ਅਪਲਾਈ ਕੀਤੀ ਹੈ ਆਪਣੀ ਫਾਈਲ। ਜੇ ਤੁਸੀਂ ਆਪਣੀ ਕੇਪਸ ਨੋਟ ਵੀ ਕਢਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਪੇਅਰਹੈਡ ਇੰਟਰਨੈਸ਼ਨਲ ਦੀ ਮਦਦ ਜਿਹੜੀ ਉਹ ਕਰ ਸਕਦੇ ਹੋ। ਇਹਨਾਂ ਜਿਹੜੇ ਟੌਪਿਕਸ ਨੇ ਉਹਨਾਂ ਦੇ ਉੱਪਰ ਡਿਟੇਲ 'ਚ ਗੱਲ ਕਰਾਂਗੇ। ਜਿਵੇਂ ਜਦੋਂ ਕੈਪਸ ਨੋਟ ਕਢਵਾਉਂਦੇ ਆ ਤਾਂ ਫਾਈਨੈਂਸ਼ੀਅਲਸ ਦਾ ਮੈਡਮ ਨੇ ਜ਼ਿਕਰ ਕੀਤਾ ਸੀ, ਮੈਂ ਪੁਆਇੰਟ ਆਪਣੀ ਇੱਥੇ ਨੋਟਬੁੱਕ 'ਚ ਨੋਟ ਵੀ ਕੀਤਾ ਹੋਇਆ ਕਿ ਫਾਈਨੈਂਸ਼ੀਅਲਸ ਵੀਕ ਨੇ। ਹੁਣ ਇੱਕ ਬੰਨੇ ਤਾਂ ਕੈਨੇਡਾ ਕਹਿੰਦਾ ਵੀ SDS ਕੈਟਾਗਰੀ ਸਾਨੂੰ ਤੁਸੀਂ GIC ਦੇ ਦਿਓ ਜੀ, 1 ਸਾਲ ਦੇ ਤੁਹਾਡੇ ਲਿਵਿੰਗ ਐਕਸਪੈਂਸ ਹੈ ਨਾ, ਇਸ ਤੋਂ ਇਲਾਵਾ ਤੁਸੀਂ ਆਪਣੀ ਫੀ ਪੇ ਕਰ ਦਿਓ। ਹੁਣ ਉੱਥੇ ਫਾਈਨੈਂਸ਼ੀਅਲ ਵੀਕ ਕਿਵੇਂ ਸ਼ੋ ਹੋਏ, ਕਿਉਂਕਿ ਇਹ ਤਾਂ ਸਾਰਿਆਂ ਨੂੰ ਪੇ ਕਰਨਾ ਹੀ ਕਰਨਾ ਪਏਗਾ। ਨੌਨ SDS ਦੀ ਗੱਲ ਆਵੇ ਤਾਂ ਕਹਾਣੀ ਵੱਖਰੀ ਹੈ, ਬਟ SDS 'ਚ ਕਿਵੇਂ ਪਤਾ ਚੱਲੇਗਾ? SDS ਦੇ ਵਿੱਚ ਫਾਈਨੈਂਸ਼ੀਅਲ ਵੀਕ ਦਾ ਰੀਜ਼ਨ ਉਦੋਂ ਆ ਜਾਂਦਾ ਆ ਜਦੋਂ ਆਪਾਂ ਨੇ ਸਿਰਫ ITRs ਲਗਾਤੀਆਂ ਆਪਣੇ ਪੇਰੈਂਟਸ ਦੀਆਂ ਕਿ ਆਪਾਂ ਨੇ ਈਅਰਲੀ ਇਨਕਮ ਦੱਸਤੀ ਕਿ ਇੰਨੀ ਮੇਰੇ ਫਾਦਰ ਸਾਹਿਬ ਜਾਂ ਮਦਰ ਦੀ ਇਨਕਮ ਹੈਗੀ ਜਾਂ ਕੋਈ ਹੋਰ ਸਪਾਂਸਰ ਵੀ ਐਡ ਆਨ ਹੋ ਰਿਹਾ ਆ ਤਾਂ ਉਹਦੀ ਈਅਰਲੀ ਇਨਕਮ ਇੰਨੀ ਹੈ। ਬਟ ਆਪਾਂ ਨੇ ਉਹਨੂੰ ਪ੍ਰੂਫ ਕਰਨ ਲਈ ਸਪੋਰਟਿੰਗ ਡਾਕੂਮੈਂਟਸ ਨਹੀਂ ਲਗਾਏ। ਅਗੇਨ ਜੋ ਸਪੋਰਟਿੰਗ ਡਾਕੂਮੈਂਟਸ ਨੇ ਉਹ ਕੰਪਲਸਰੀ ਨਹੀਂ ਹੈਗੇ, ਬਟ ਸਟਿਲ ਕਿਤੇ ਨਾ ਕਿਤੇ ਐਮਬੈਸੀ ਨੂੰ ਇਹ ਚੀਜ਼ ਖਟਕਦੀ ਹੈ ਕਿ ਆਪਣੀ ਜਿਹੜੀ ਈਅਰਲੀ ਇਨਕਮ ਹੈ 8 ਲੱਖ ਹੈ, 7 ਲੱਖ ਹੈ, 10 ਲੱਖ ਹੈ, ਬਟ ਰੈਡਲੀ ਅਵੇਲੇਬਲ ਫੰਡ ਤੁਹਾਡੇ ਕੋਲ ਕਿੰਨੇ ਨੇ। ਫੋਰ ਇੰਸਟੈਂਸ ਅਗਰ ਬੱਚਾ ਬੈਚਲਰ ਲਈ ਗਿਆ
ਆ ਤਾਂ ਉਹਨਾਂ ਦੀ ਕੰਸਰਨ ਹੋਰ ਵੀ ਵੱਧ ਜਾਂਦੀ ਹੈ ਕਿ ਬੈਚਲਰ ਆਪਾਂ 3 ਸਾਲ ਦੀ ਬੱਚਾ ਕਰਨ ਜਾ ਰਿਹਾ ਹੈ, 4 ਸਾਲ ਦੀ ਕਰਨ ਜਾ ਰਿਹਾ ਆ, ਬਟ ਫੰਡਸ ਕਿੱਥੇ ਨੇ? ਕੱਲ ਨੂੰ ਬੱਚੇ ਨੇ ਆਪਣੀ ਸਟੱਡੀ ਉੱਥੇ ਜਾ ਕੇ ਕੰਟੀਨਿਊ ਕਰਨੀ ਹੈ ਤਾਂ ਕਿਆ ਬੱਚਾ ਸਿਰਫ ਆਪਣੇ ਤੇ ਹੀ ਰਿਲਾਈ ਕਰੂਗਾ, ਖੁਦ ਹੀ ਕਮਾਣਾ ਹੈ ਤੇ ਖੁਦ ਹੀ ਆਪਣੀ ਸਟੱਡੀ ਅੱਗੇ ਰੱਖਣੀ ਹੈ, ਕੰਟੀਨਿਊ ਕਰਨੀ ਹੈ, ਜਾਂ ਫਿਰ ਉਹਦੇ ਕੋਲ ਐਡੀਸ਼ਨਲ ਸਪੋਰਟ ਉਹਦੇ ਸਪਾਂਸਰਸ ਦੀ ਹੈਗੀ ਹੈ, ਉਹਦੇ ਪੇਰੈਂਟਸ ਦੀ ਹੈਗੀ ਹੈ ਜਾਂ ਗ੍ਰੈਂਡ ਪੇਰੈਂਟਸ ਦੀ ਹੈਗੀ ਹੈ। तो एडिशनल डॉक्यूमेंट्स कंसल्टेंट्स ज़्यादातर लगाना जरूरी नहीं समझते हैगे। तो अगर थोड़ी लेंथ ऑफ एजुकेशन वधी हुई है तो तुसी सपोर्टिंग डॉक्यूमेंट्स नाल जरूर लगाने ने। रिजेक्शन लेटर ते ही आ गया आया कि लो फाइनेंशियल्स द रीजन आया आ तो ਉਹਦੇ ਵਿੱਚ ਬੱਚੇ ਨੂੰ ਇਹੀ ਚਾਹੀਦਾ ਆ ਕਿ ਆਪਣੇ ਗ੍ਰੈਂਡ ਪੇਰੈਂਟਸ ਦੀ ਇਨਕਮ ਨਾਲ ਐਡੀਸ਼ਨਲ ਦਿਖਾਵੇ, ਜਾਂ ਫਿਰ ਸਿਬਲਿੰਗ ਕੋਈ ਹੈਗਾ ਆ ਤੁਹਾਡਾ ਇੱਥੇ ਵਰਕਿੰਗ ਹੈਗਾ ਆ ਜਾਂ ਮਤਲਬ ਕੈਨੇਡਾ ਦੇ ਵਿੱਚ ਹੈ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਹੈ ਤਾਂ ਉਹਦੇ ਐਡੀਸ਼ਨਲ ਡਾਕੂਮੈਂਟਸ ਤੁਸੀਂ ਲਗਾਓ। ਤੇ ਸਿਰਫ ITRs ਦੇ ਸਿਰ ਤੇ ਨਾ ਰਹੋ, ਬੈਂਕ ਸਟੇਟਮੈਂਟਸ ਨੂੰ ਵੀ ਨਾਲ ਐਡ ਕਰੋ। ਉਹਦੇ ਨਾਲ ਐਮਬੈਸੀ ਨੂੰ ਤਸੱਲੀ ਹੋ ਜਾਂਦੀ ਹੈ ਕਿ ਐਡੀਸ਼ਨਲ ਜੋ ਰੈਡੀਲੀ ਅਵੇਲੇਬਲ ਲਿਕੁਇਡ ਫੰਡਸ ਹੈ ਉਹ ਪੇਰੈਂਟਸ ਦੇ ਕੋਲ ਜਾਂ ਸਪਾਂਸਰਸ ਦੇ ਕੋਲ ਹੈਗੇ ਨੇ ਤੇ ਬੱਚਾ ਕਿਤੇ ਵੀ ਅਟਕੇਗਾ ਤੁਹਾਨੂੰ ਸਪੋਰਟ ਲਈ ਪਿੱਛੇ ਉਹਦੀ ਮਿਲ ਜਾਏਗੀ ਜਾਂ ਹੋਰ ਫੈਮਿਲੀ ਮੈਂਬਰਸ ਹੈਗੇ ਰਾਈਟ। ਅਸੀਂ ਜਿਹੜੀ ਪ੍ਰੋਬਲਮ ਹੈ ਉਸ ਦੇ ਨਾਲ ਸੋਲੂਸ਼ਨ ਵੀ ਦੇਖ ਰਹੇ ਹਾਂ। ਐਮਬੈਸੀ ਨੇ ਤੁਹਾਨੂੰ, ਕੈਨੇਡਾ ਹਾਈ ਕਮਿਸ਼ਨ ਨੇ ਤੁਹਾਨੂੰ ਰੀਜ਼ਨ ਦਿੱਤਾ ਕਿਉਂ ਰਿਜੈਕਸ਼ਨ ਦਿੱਤੀ ਹੈ। ਅਸੀਂ ਰਿਜੈਕਸ਼ਨ ਦੇ ਰੀਜ਼ਨ ਦੇ ਨਾਲ ਤੁਹਾਨੂੰ ਸੋਲੂਸ਼ਨ ਦੇ ਰਹੇ ਹਾਂ। ਤਾਂ ਅੰਤ ਤੱਕ ਸਾਡੀ ਵੀਡੀਓ ਨੂੰ ਦੇਖਿਓ। ਹੋ ਸਕਦਾ ਵੀਡੀਓ ਤੁਹਾਡੇ ਕੰਮ ਦੀ ਹੋਵੇ, ਹੋ ਸਕਦਾ ਤੁਹਾਡੇ ਕਿਸੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦੇ ਕੰਮ ਦੀ ਹੋਵੇ। ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਂ ਸੇਵ ਕਰ ਦਿਓ। ਨੈਕਸਟ ਜਿਹੜਾ ਅਗਲਾ ਰੀਜ਼ਨ ਆ ਉਸ ਦੇ ਉੱਪਰ ਗੱਲ ਕਰਾਂਗੇ। ਅਗਲਾ ਰੀਜ਼ਨ ਆ ਜਾਂਦਾ ਲੈਂਗੁਏਜ ਅਬਿਲਿਟੀ, ਹੈ ਨਾ, ਕਿ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਆਪਾਂ ਇੰਗਲਿਸ਼ ਲੈਂਗੁਏਜ ਜੋ ਵੀ ਆਇਲਸ ਕਰਦੇ ਹਾਂ, PT ਕਰਦੇ ਹਾਂ, ਟਫਲ ਕਰਦੇ ਹਾਂ। ਦੋ ਸਵਾਲ ਨੇ। ਪਹਿਲੀ ਗੱਲ ਇਹ ਕਿ ਉੱਥੇ ਦੇ ਕਾਲਜ ਬਹੁਤ ਸਾਰੇ ਅਦਾਰੇ ਇੱਕ ਮੋਡਿਊਲ 5.5 ਨੂੰ ਅਸੈਪਟ ਕਰਦੇ ਆ, PT ਨੂੰ ਅਸੈਪਟ ਕਰਦੇ ਆ। ਫਿਰ ਉਸ ਤੋਂ ਬਾਅਦ ਇਹ ਗੱਲ ਕਿਉਂ ਆ ਜਾਂਦੀ ਹੈ ਕਿ ਤੁਹਾਡੀ ਲੈਂਗੁਏਜ ਜਿਹੜੀ ਆਪਾਂ ਕਹੀਏ ਤਾਂ ਐਲੀਜੀਬਿਲਟੀ ਮੀਟ ਨਹੀਂ ਹੋ ਰਹੀ, ਕਿਉਂ ਆਉਂਦੀ ਹੈ ਇਹ ਚੀਜ਼? जो थोड़ा क्वेश्चन है कि कॉलेज एक्सेप्ट करता पे है कि 21 5.5 हैगा तो एक्सेप्टेड है, ठीक है। यूनिवर्सिटी भी कोई कोई कह रही है ना, बट ज़्यादातर हुण जो कॉलेजेस ने ये जो ट्रेंड सीगा वो चेंज हो रहा है। तो कॉलेजेस कंडीशनल ऑफर लैटर बच्चे ਨੂੰ ਦੇ ਦਿੰਦੇ ਨੇ ਕਿ 1 ਚ 5.5 ਹੈ, ਕੰਡੀਸ਼ਨਲ ਆਫਰ ਲੈਟਰ ਇਸ਼ੂ ਕਰ ਦਿੰਦੇ ਨੇ। ਬਟ ਜਦ ਤੱਕ ਉਹ ਕੰਡੀਸ਼ਨ ਮੀਟ ਨਹੀਂ ਹੁੰਦੀ ਤਦ ਤੱਕ ਫਾਈਨਲ LOA ਫਾਈਨਲ ਜੋ ਆਫਰ ਲੈਟਰ ਹੈ ਉਹ ਨਹੀਂ ਬੱਚੇ ਨੂੰ ਰਿਸੀਵ ਹੁੰਦਾ। ਸੋ ਇਹਦੇ ਵਿੱਚ ਜੋ ਲੋ ਬੈਂਡ ਸਕੋਰ ਦਾ ਅਗਰ ਕੇਪਸ ਵਿੱਚ ਤੁਹਾਡੇ ਆਇਆ ਆ ਤਾਂ ਉਹ ਇਸੇ ਕੰਡੀਸ਼ਨ ਵਿੱਚ ਹੁੰਦਾ ਹੈ ਕਿ ਅਗਰ ਆਪਾਂ PT ਦੇ ਸਿਰ ਤੇ ਫਾਈਲ ਲਗਾਈ ਆ ਜਾਂ ਵਿਦਆਊਟ ਆਇਲਸ ਲਗਾਈ ਆ, ਕਿਸੇ ਨੇ ਪੈਕੇਜ ਸਿਸਟਮ ਕਰ ਲਿਆ, ਉਹਦੇ ਵਿੱਚ ਆਇਲਸ ਲਗਾਉਣਾ ਜੋ ਤੁਹਾਡਾ ਏਜੰਟ ਉਹਨੇ ਜ਼ਰੂਰੀ ਨਹੀਂ ਸਮਝਿਆ, ਜਾਂ ਫਿਰ 1 ਵਿੱਚ 5.5 ਤੇ ਹਲੇ ਵੀ ਮਾਰਕੀਟ ਵਿੱਚ ਢਿੰਡੋਰਾ ਪੱਟਿਆ ਜਾ ਰਿਹਾ ਕਿ 1 ਚ 5.5 ਐਕਸੈਪਟਡ ਹੈ, 2 ਚ 5.5 ਐਕਸੈਪਟਡ ਹੈ। ਇਹ ਗੱਲ ਕਲੀਅਰ ਕੱਟ ਹੈ ਕਿ ਕੈਨੇਡਾ ਦੇ ਵਿੱਚ 6 ਸੀਟਸ ਤੋਂ ਨੀਚੇ ਤੁਹਾਡੇ ਵੀਜ਼ਾ ਦੇ ਚਾਂਸਸ ਨਹੀਂ ਹੈਗੇ। तो बच्चे ਨੂੰ ਇਹ ਅਗਰ ਝੂਠੀ ਹੋਪ ਕਿਤੋਂ ਮਿਲਦੀ ਹੈ ਤਾਂ ਉਹਨੂੰ ਲੱਗਦਾ ਹੈ ਕਿ क्या नाम है ਇਹ ਏਜੰਟ ਜਿਹੜੇ ਜਿਹਨੇ ਮੈਨੂੰ ਹਾਂ ਬੋਲਤੀ, ਜਿਹਨੇ ਮੈਨੂੰ ਝੂਠੀ ਹੋਪ ਦੇਤੀ ਹੈ ਉਹ ਬਹੁਤ ਚੰਗਾ ਏਜੰਟ ਹੈ, ਜਿਹਨੇ ਸੱਚ ਬੋਲ ਕੇ ਮਨਾ ਕਰਤਾ ਆ ਉਹ ਤਾਂ ਬੇਕਾਰ ਏਜੰਟ ਹੈ, ਉਹਨੂੰ ਕੁਝ ਆਉਂਦਾ ਹੀ ਨਹੀਂ ਹੈਗਾ। ਬਟ ਦਿਸ ਇਜ਼ ਨਾਟ ਦ ਟਰੂਥ। ਯੂ ਹੈਵ ਟੂ ਬੀ ਅਵੇਅਰ ਅਬਾਊਟ ਇਟ ਕਿ 1 ਚ 5.5 ਜਾਂ 2 ਚ 5.5 ਨੇ ਤੁਹਾਡਾ ਕੈਨੇਡਾ ਵਿੱਚ ਕੋਈ ਵੀਜ਼ਾ ਇਹਦੇ ਤੇ ਗ੍ਰਾਂਟ ਨਹੀਂ ਹੋਣ ਲੱਗਾ। ਇਸ ਲਈ ਉਹ ਅੱਜ ਕੱਲ ਬੇਸਿਕਲੀ ਇਹ ਹੋ ਰਿਹਾ ਕਿ ਅਗਰ 1 ਚ 5.5 ਹੈ ਤਾਂ AI ਹੀ ਰਿਜੈਕਸ਼ਨ ਮਾਰ ਰਿਹਾ ਸਿੱਧਾ ਡਾਇਰੈਕਟਲੀ, ਉਹ ਫਾਈਲ ਰਿਵਿਊ ਵਿੱਚ ਵੀ ਨਹੀਂ ਜਾ ਰਹੀ ਤੁਹਾਡੀ। ਤਾਂ ਤੁਹਾਨੂੰ ਲੱਗ ਰਿਹਾ ਆ ਕਿ ਹਾਂ ਇੰਨੀ ਫਾਈਲ ਅਸੀਂ ਆਪਾਂ ਇੰਨਾ ਪੈਸਾ ਲਗਾਇਆ, ਰਿਵਿਊ ਵਿੱਚ ਫਾਈਲ ਜਾਊਗੀ, ਸਾਡੀ SOP ਪੜ੍ਹੀ ਜਾਊਗੀ ਕਿਹੜਾ ਕੋਰਸ ਲਿਆ, ਬਟ ਦੇ ਆਰ ਨਾਟ ਇਵਨ ਰਿਵਿਊਇੰਗ ਯੋਰ ਫਾਈਲ। ਅਗਰ 1 ਚ 5.5 ਹੈ ਤਾਂ ਵਿਦਨ 2 ਡੇਜ਼ 3 ਡੇਜ਼ ਬੱਚੇ ਨੂੰ ਸਿੱਧਾ ਰਿਜੈਕਸ਼ਨ ਆ ਰਿਹਾ ਹੈ। ਇਸ ਤੋਂ ਬਾਅਦ ਨੈਕਸਟ ਟੌਪਿਕ ਆ ਜਾਂਦਾ ਹੈ ਕਿ ਫਿਊਚਰ ਪਲਾਨਸ ਆਰ ਨਾਟ ਕਲੀਅਰ, ਕਿ ਤੁਹਾਡੇ ਜਿਹੜੇ ਭਵਿੱਖ ਨੂੰ ਲੈ ਕੇ ਪਲਾਨਸ ਨੇ, ਹੈ ਨਾ, ਉਹ ਹੁਣ ਕਿਵੇਂ ਕਲੀਅਰ ਕੀਤੇ ਜਾਣਗੇ? ਕਿਉਂਕਿ ਸਾਡੀ ਕਿਹੜਾ ਹਰ ਜਗ੍ਹਾ ਦੇ ਉੱਤੇ ਇੰਟਰਵਿਊ ਹੁੰਦੀ ਹੈ ਕਿ ਅਸੀਂ ਇੰਟਰਵਿਊ ਦੇ ਰਾਹੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੀਏ। ਕੈਨੇਡਾ ਨੇ ਪਿੱਛੇ ਜੇ ਇੰਟਰਵਿਊਜ਼ ਲਈਆਂ ਬਟ ਬਹੁਤ ਘੱਟ ਸਟੂਡੈਂਟ ਦੀਆਂ ਇੰਟਰਵਿਊਜ਼ ਆਈਆਂ। ਹੁਣ ਇਹ ਗੱਲ ਕਿੱਦਾਂ ਕਲੀਅਰ ਕੀਤੀ ਜਾਊਗੀ ਕਿ ਸਾਡਾ ਮੋਟਿਵ ਕਲੀਅਰ ਹੈ ਜੀ, ਅਸੀਂ ਆਪਣੇ ਫਿਊਚਰ ਨੂੰ ਲੈ ਕੇ ਬਹੁਤ ਅਵੇਅਰ ਵੀ ਹੈਗੇ ਹਾਂ ਔਰ ਸਿਕਿਉਰ ਕਰਨ ਦੇ ਮਸਲੇ ਦੇ ਵਿੱਚ ਅਸੀਂ ਇੱਧਰ ਸਟੱਡੀ ਲਈ ਆਉਣਾ। ਫਿਊਚਰ ਪਲਾਨਸ ਕਲੀਅਰ ਨਹੀਂ ਹੈਗੇ, ਇਹ ਵੀ ਕੇਪਸ ਵਿੱਚ ਬਹੁਤ ਵਾਰੀ ਆ ਜਾਂਦਾ ਹੈ ਰੀਜ਼ਨ ਜਿਹਦੇ ਕਰਕੇ ਬੱਚਿਆਂ ਦੀ ਰਿਜੈਕਸ਼ਨ ਆਉਂਦੀ ਹੈ। ਤੇ ਫਿਊਚਰ ਪਲਾਨਸ ਅਗਰ ਕਲੀਅਰ ਨਹੀਂ ਹੈਗੇ ਤਾਂ ਉਹ ਸਾਨੂੰ ਇਸ ਕੁਐਸਚਨ ਦਾ ਵੀ ਆਨਸਰ ਇਹਦੇ ਤੋਂ ਮਿਲਦਾ ਹੈ ਕਿ ਜਿਹੜੇ ਲੋਕ ਪੁੱਛਦੇ ਨੇ ਕਿ SOP ਦੀ ਰਿਕੁਆਇਰਮੈਂਟ ਹੈ ਕੈਨੇਡਾ ਦੇ ਵਿੱਚ ਜਾਂ ਨਹੀਂ ਹੈਗੀ, ਕਿਉਂਕਿ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਉੱਤੇ ਕਿਤੇ ਵੀ ਮੈਂਸ਼ਨ ਨਹੀਂ ਹੈਗਾ ਕਿ ਮੈਂਡੇਟਰੀ ਡਾਕੂਮੈਂਟਸ ਹੈ ਜਾਂ ਨਹੀਂ ਹੈ। ਬਟ ਇਹ ਆਪਾਂ ਨੂੰ ਪਤਾ ਲੱਗ ਰਿਹਾ ਆ ਕਿ ਅਗਰ ਉਹਨਾਂ ਨੇ ਸਾਨੂੰ ਰੀਜ਼ਨ ਦੱਸਿਆ ਕਿ ਤੁਹਾਡੇ ਫਿਊਚਰ ਪਲਾਨਸ ਕਲੀਅਰ ਨਹੀਂ ਹੈਗੇ ਤਾਂ ਇਟ ਮੀਨਸ ਉਹ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਫਿਊਚਰ ਵਿੱਚ ਤੁਹਾਡੇ ਅੱਗੇ ਕੀ ਤੁਸੀਂ ਗੋਲਸ ਨੇ, ਤੁਹਾਡੇ ਸ਼ਾਰਟ ਟਰਮ ਗੋਲਸ ਕੀ ਨੇ, ਇਹ ਸਟੱਡੀ ਕਿੱਦਾਂ ਉਹ ਤੁਹਾਡੇ ਜੋ ਗੋਲਸ ਨੇ ਉਹਨਾਂ ਨੂੰ ਫੁੱਲਫਿਲ ਕਰਨ ਵਿੱਚ ਹੈਲਪ ਆਊਟ ਕਰ ਰਹੀ ਹੈ। ਤੁਸੀਂ ਆਪਣੇ ਆਪ ਨੂੰ ਅਗਲੇ 4 ਸਾਲਾਂ 'ਚ 5 ਸਾਲਾਂ 'ਚ ਕਿੱਥੇ ਦੇਖ ਰਹੇ ਹੋ ਜਦ ਤੁਹਾਡੀ ਸਟੱਡੀ ਖਤਮ ਹੋ ਜਾਊਗੀ? ਤੁਸੀਂ 10 ਸਾਲਾਂ ਵਿੱਚ ਆਪਣੇ ਲੌਂਗ ਟਰਮ ਗੋਲਸ ਵੀ ਐਸਟੈਬਲਿਸ਼ ਕੀ ਕੀਤੇ ਹੋਏ ਨੇ? ਤਾਂ ਕਿਤੇ ਨਾ ਕਿਤੇ ਜਦ ਆਪਾਂ ਨੂੰ ਕਲੈਰਿਟੀ ਨਹੀਂ ਹੁੰਦੀ ਕਿ ਅਸੀਂ ਇਹ ਕੋਰਸ ਸਿਲੈਕਟ ਕਿਉਂ ਕੀਤਾ ਆ, ਕੈਨੇਡਾ ਅਲਟੀਮੇਟਲੀ ਕਿਉਂ ਜਾਣਾ ਆ, ਇਹ ਯੂਨੀਵਰਸਿਟੀ ਜਾਂ ਇਹ ਕੋਰਸ ਜਾਂ ਇਹ ਲੋਕੇਸ਼ਨ ਤੇ ਹੀ ਅਸੀਂ ਕਿਉਂ ਜਾਣਾ ਆ, ਤਾਂ
ਉਹ ਚੀਜ਼ ਜਦ ਕਲੀਅਰ ਹੀ ਨਹੀਂ ਹੋ ਰਹੀ, ਅਸੀਂ ਕੈਰੀਅਰ ਵਿੱਚ ਕਰਨਾ ਕੀ ਚਾਹੁੰਦੇ ਆ, ਜਦ ਸਾਡਾ ਮਾਈਂਡਸੈਟ ਹੀ ਕਲੀਅਰ ਨਹੀਂ ਹੋ ਰਿਹਾ, ਤਾਂ ਉਹਦੇ ਕਰਕੇ ਰਿਜੈਕਸ਼ਨ ਆ ਜਾਂਦੀ ਹੈ। ਐਸਓਪੀ ਦੀ ਇੰਪੋਰਟੈਂਸ ਸਾਨੂੰ ਇਸ ਟੌਪਿਕ ਤੇ Exactly, ਕੜੀ ਤੇ ਆ ਕੇ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਤੋਂ ਬਾਅਦ ਅਗਲਾ ਟੌਪਿਕ ਆ ਜਾਂਦਾ ਹੈ ਪਰਪਸ ਆਫ ਸਟੱਡੀਜ਼ ਵੀਕ। ਤਾਂ ਉਹ ਵੀਕ ਕਿਵੇਂ ਆ, ਹੁਣ ਉਹ ਵੀ ਸਾਨੂੰ ਐਸਓਪੀ ਦੇ ਥਰੂ ਪੇਸ਼ ਕਰਨਾ ਪਏਗਾ। हाँ, तो बहुत ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਸਿਰਫ ਡਾਕੂਮੈਂਟਸ ਹਾਈ, ਮਤਲਬ ਤੁਹਾਡਾ ਪਿਛਲਾ ਜੋ ਐਕੈਡੈਮਿਕ ਸਕੋਰ ਰਿਹਾ ਹੈ ਉਹ ਅੱਛਾ ਰਿਹਾ ਹੈ, ਆਇਲਸ ਦਾ ਬੈਂਡ ਸਕੋਰ ਵੀ ਅੱਛਾ ਹੈ, ਜੋ ਤੁਸੀਂ ਪਹਿਲਾਂ ਸਟੱਡੀ ਕਰੀ ਬੈਠੇ ਹੋ, ਤੁਸੀਂ BCA ਕੀਤੀ ਹੈ, BTech ਕੀਤੀ ਹੈ, BSc ਕੀਤੀ ਹੈ, ਜੋ ਵੀ ਕੀਤਾ ਹੋਇਆ ਹੈ, MBA MTech ਕੁਝ ਵੀ ਕੀਤੀ ਹੋਈ ਹੈ ਐਜੂਕੇਸ਼ਨ, ਬਟ ਅਲਟੀਮੇਟਲੀ ਤੁਸੀਂ ਕਿਉਂ ਕੈਨੇਡਾ ਪੈਰ ਧਰਨਾ ਚਾਹੁੰਦੇ ਹੋ, ਤੁਹਾਡਾ ਮਕਸਦ ਕੀ ਹੈ ਤੇ ਵਾਪਸੀ ਕਿਉਂ ਕਰੋਗੇ ਤੁਸੀਂ, ਐਂਡ ਉਹ ਸਾਰੇ ਪ੍ਰੋਸੈਸ ਦੇ ਦੌਰਾਨ ਤੁਹਾਡੀ ਜੋ ਕੈਰੀਅਰ ਗਰੋਥ ਹੈ, ਜੋ ਕੈਰੀਅਰ ਪ੍ਰੋਗਰੈਸ਼ਨ ਹੈ, ਉਹ ਐਸਟੈਬਲਿਸ਼ ਹੋ ਪਾ ਰਿਹਾ ਜਾਂ ਨਹੀਂ ਹੋ ਪਾ ਰਿਹਾ, ਉਹ ਚੀਜ਼ਾਂ ਜਦ ਤੱਕ ਆਪਾਂ ਕਲੀਅਰ ਕੱਟ ਨਹੀਂ ਕਰਾਂਗੇ, ਤਾਂ ਐਸਓਪੀ ਦਾ ਮਤਲਬ ਇਹ ਹੈ ਸਟੇਟਮੈਂਟ ਆਫ ਪਰਪਸ, ਕਿ ਤੁਹਾਡਾ ਆਉਣ ਦਾ ਪਰਪਸ ਕੀ ਹੈ ਐਂਡ ਤੁਸੀਂ ਗੇਨ ਕੀ ਕਰੋਗੇ ਅਲਟੀਮੇਟਲੀ, ਜੋ ਤੁਹਾਡੀ ਜਰਨੀ ਰਹੂਗੀ ਥਰੂ ਆਊਟ ਦਾ ਪ੍ਰੋਸੈਸ। ਤਾਂ ਜਦ ਤੱਕ ਉਹ ਇਲੈਬੋਰੇਟ ਨਹੀਂ ਕਰਾਂਗੇ ਤਦ ਤੱਕ ਆਪਣਾ ਜੋ ਹੈ ਵੀਜ਼ਾ ਸਕਸੈਸ ਸਾਨੂੰ ਨਹੀਂ ਮਿਲੇਗਾ। ਤਾਂ ਇਸ ਲਈ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਆਪਾਂ ਇੱਕ ਤਾਂ ਕੋਰਸ ਸਿਲੈਕਸ਼ਨ ਜਿਹੜੀ ਹੋਵੇ ਉਹ ਸਾਡੀ ਚੰਗੀ ਹੋਵੇ, ਉਹ ਸਾਨੂੰ ਦਰਸਾ ਰਹੀ ਹੋਵੇ ਸਾਡੀ ਓਵਰਆਲ ਪ੍ਰੋਫਾਈਲ ਦੇ ਵਿੱਚ ਕਿ ਮੇਰਾ ਜੋ ਨੈਕਸਟ ਲੈਵਲ ਦਾ ਮੈਂ ਕੋਰਸ ਲੈ ਰਹੀ ਹਾਂ ਜਾਂ ਲੈ ਰਿਹਾ ਹਾਂ, ਮੈਂ ਕਿਉਂ ਲੈ ਰਿਹਾ ਹਾਂ, ਠੀਕ ਹੈ, ਤੇ ਉਹਦਾ ਪਰਪਸ ਉਹਦੇ ਪਿੱਛੇ ਬਿਹਾਈਂਡ ਕੀ ਹੈ, ਤੇ ਅਲਟੀਮੇਟਲੀ ਮੇਰੇ ਜੋ ਫਿਊਚਰ ਗੋਲਸ ਨੇ ਉਹ ਕੀ ਰਹਿਣਗੇ। ਕੈਰੀਅਰ ਪ੍ਰੋਗਰੈਸ਼ਨ ਦੇ ਵਿੱਚ ਕਿੱਦਾਂ ਰੋਲ ਅਦਾ ਕਰੇਗੀ ਐਸਓਪੀ, ਇਹ ਵੀ ਇੱਕ ਪਾਰਟ ਹੈਗਾ ਇਸ ਦਾ। ਹਾਂਜੀ, ਇਹ ਵੀ ਬਹੁਤ ਕਾਮਨ ਰੀਜ਼ਨ ਆਉਂਦਾ ਆ ਜਦ ਬੱਚੇ ਨੂੰ ਲੱਗਦਾ ਹੈ ਕਿ ਹਾਂ ਜੈਨਰਿਕ ਹੈ ਕਿ ਹਾਂ ਤੁਸੀਂ ਵਾਪਸ ਨਹੀਂ ਮੁੜਨਾ ਹੈਗਾ, ਬਟ ਉਹਦੇ ਅੰਦਰ ਲੇਅਰਿੰਗਸ ਹੁੰਦੀਆਂ ਨੇ, ਉਹ ਲੇਅਰ ਵਿੱਚੋਂ ਇੱਕ ਲੇਅਰ ਇਹ ਵੀ ਹੈਗੀ ਹੈ, ਇੱਕ ਤਾਂ ਇਹ ਵੀ ਖੁੱਲਦੀ ਹੈ ਕਿ ਕੈਰੀਅਰ ਪ੍ਰੋਗਰੈਸ਼ਨ ਤੁਹਾਡੀ ਨਹੀਂ ਹੈਗੀ। ਹੁਣ ਜਦ ਆਪਾਂ MBA ਦੇ ਕੈਂਡੀਡੇਟ ਹੈਗੇ ਆ, MBA ਦੇ ਕੈਂਡੀਡੇਟ ਫਿਰ ਦੁਬਾਰਾ MBA ਕਰ ਰਿਹਾ ਆ, ਠੀਕ ਹੈ, MTech ਆਪਾਂ ਨੇ ਜਾਂ BTech ਇੱਥੇ ਕੀਤੀ ਹੋਈ ਹੈ, ਫਿਰ ਆਪਾਂ ਜੋ ਚੀਜ਼ ਪੜ੍ਹੀ ਹੋਈ ਹੈ ਫਿਰ ਦੁਬਾਰਾ ਮੋਬਾਈਲ ਐਪਲੀਕੇਸ਼ਨ ਇੱਥੇ ਆਪਾਂ ਐਨਾਲਿਸਟ ਮਤਲਬ ਮੋਬਾਈਲ ਐਪਲੀਕੇਸ਼ਨ ਡਿਵੈਲਪਰ ਹੈਗੇ ਆ, ਫਿਰ ਆਪਾਂ ਉੱਥੇ ਕਹਿ ਰਹੇ ਹਾਂ ਕਿ ਮੋਬਾਈਲ ਐਪਲੀਕੇਸ਼ਨ ਜੀ ਹੁਣ ਅਸੀਂ ਕੈਨੇਡਾ 'ਚ ਆ ਕੇ ਸਿੱਖਣੀ ਹੈ, ਤਾਂ ਰੈਪੂਟੇਸ਼ਨ ਆਫ ਐਜੂਕੇਸ਼ਨ ਆ ਰਹੀ ਹੈ ਤੁਹਾਡੀ, ਜੋ ਪਹਿਲਾਂ ਸਟੱਡੀ ਕੀਤੀ ਹੋਈ ਹੈ ਰੈਪੂਟੇਸ਼ਨ ਆਫ ਐਜੂਕੇਸ਼ਨ, ਫਿਰ ਦੁਬਾਰਾ ਉਹੀ ਚੀਜ਼ ਪੜ੍ਹਨ ਜਾ ਰਹੇ ਆ, ਤਾਂ ਉਹਦੇ ਨਾਲ ਪ੍ਰੋਗਰੈਸ਼ਨ ਤੁਹਾਡੀ ਨਹੀਂ ਤੁਸੀਂ ਦਿਖਾ ਪਾ ਰਹੇ ਕਿ ਮੇਰੀ ਪ੍ਰੋਗਰੈਸ ਕਿੱਦਾਂ ਹੋ ਰਹੀ ਹੈ। ਤਾਂ ਕੈਰੀਅਰ ਪ੍ਰੋਗਰੈਸ਼ਨ ਦਾ ਇਹੀ ਮਤਲਬ ਹੈ ਕਿ ਇੱਕ ਸਟੈਪ ਜਦ ਆਪਾਂ ਉੱਪਰ ਚੱਲ ਰਹੇ ਹਾਂ, ਇੱਕ ਸੀੜੀ ਉੱਪਰ ਆਪਾਂ ਚੜ੍ਹ ਰਹੇ ਹਾਂ, ਤਾਂ ਉਹ ਕੈਰੀਅਰ ਪ੍ਰੋਗਰੈਸ਼ਨ ਦਿਖੂਗੀ। ਜੇ ਉਹ ਸੀੜੀ ਨੀਚੇ ਆ ਰਹੀ ਹੈ ਜਾਂ ਲੀਨੀਅਰ ਹੈ, ਸਟ੍ਰੇਟ ਹੈ, ਜੋ ਹੁਣ ਪ੍ਰੋਗਰੈਸ ਅਸੀਂ ਕੀਤੀ ਹੈ, ਜੋ ਹੁਣ ਸਾਡਾ ਐਕਸਪੀਰੀਅੰਸ ਇੱਥੇ ਰਿਹਾ ਹੈ, ਉਹੀ ਸੇਮ ਚੀਜ਼ ਆਪਾਂ ਕਰਨ ਲਈ ਉੱਥੇ ਜਾ ਰਹੇ ਹਾਂ, ਤਾਂ ਫਿਰ ਉਹ ਆਬਵੀਅਸਲੀ ਵੀਜ਼ਾ ਰਿਜੈਕਸ਼ਨ ਸਾਨੂੰ ਦਊਗੀ। 10ਵੀਂ ਤੋਂ ਬਾਅਦ 11ਵੀਂ ਕਰਨੀ ਹੈ, 11ਵੀਂ ਤੋਂ ਬਾਅਦ 12ਵੀਂ ਕਰਨੀ ਹੈ, ਜੇ ਆਪਾਂ 12ਵੀਂ 4 ਵਾਰੀ ਕਰ ਲਾਂਗੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਹੈਗਾ। ਸੋ ਉਹੀ ਚੀਜ਼ਾਂ ਸਾਨੂੰ ਕੈਰੀਅਰ ਨੂੰ ਅੱਗੇ ਕਿਵੇਂ ਆਪਾਂ ਲੈ ਕੇ ਜਾਣਾ, ਉਹ ਚੀਜ਼ਾਂ ਸ਼ੋ ਕਰਨੀਆਂ ਬਹੁਤ ਜ਼ਰੂਰੀ ਹੈ। ਅਗਲਾ ਜਿਹੜਾ ਟੌਪਿਕ ਆ ਜਾਂਦਾ ਉਹ ਹੈਗਾ ਵੀ ਲੈਵਲ ਆਫ ਐਸਟੈਬਲਿਸ਼ਮੈਂਟ ਇਨ ਯੋਰ ਹੋਮ ਕੰਟਰੀ। ਇਹ ਵੀ ਐਸਓਪੀ ਆਏਗਾ ਇੱਥੇ ਵੀ? ਨਹੀਂ, ਫਿਰ ਲੈਵਲ ਆਫ ਐਸਟੈਬਲਿਸ਼ਮੈਂਟ ਇਨ ਯੋਰ ਓਨ ਕੰਟਰੀ ਦਾ ਕੀ ਮਤਲਬ ਹੈ ਕਿ ਤੁਹਾਡੀ ਆਪਣੀ ਜੋ ਕੰਟਰੀ ਹੈ, ਇੱਥੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ, ਕਿ ਅਗਰ ਇੰਡੀਆ ਦਾ ਕੈਂਡੀਡੇਟ ਜਾਂ ਪੰਜਾਬ ਦਾ ਕੈਂਡੀਡੇਟ ਕੈਨੇਡਾ ਨੂੰ ਅਪਰੋਚ ਕਰ ਰਿਹਾ ਕਿ ਮੈਂ ਉੱਥੇ ਸਟੱਡੀ ਕਰਨ ਲਈ ਜਾਣਾ ਆ, ਤਾਂ ਤੁਹਾਡੀ ਆਪ ਦੀ ਕੰਟਰੀ ਵਿੱਚ ਤੁਹਾਡੇ ਕਿੰਨੇ ਪੈਰ ਪੱਕੇ ਨੇ, ਤੁਸੀਂ ਵਾਪਸੀ ਦਾ ਰੀਜ਼ਨ ਕਿਉਂਕਿ ਦੱਸਣਾ ਹੁੰਦਾ ਆ ਐਸਓਪੀ ਦੇ ਵਿੱਚ ਕਿ ਮੈਂ ਵਾਪਸ ਕਿਉਂ ਆਊਂਗਾ। ਤਾਂ ਫਿਰ ਜਦ ਤੁਸੀਂ ਸਪੋਰਟਿੰਗ ਡਾਕੂਮੈਂਟਸ ਦਿਖਾ ਰਹੇ ਹੋ, ਕਿਆ ਤੁਸੀਂ ਕੋਈ ਪ੍ਰਾਪਰਟੀ ਦਿਖਾ ਪਾ ਰਹੇ ਹੋ ਕਿ ਹਾਂ ਮੇਰੇ ਪੇਰੈਂਟਸ ਕੋਲ ਜਾਂ ਮੇਰੇ ਨਾਮ ਤੇ ਪ੍ਰੋਪਰਟੀ ਹੈ ਜਿਹਨੂੰ ਕੱਲ ਨੂੰ ਕਲੇਮ ਕਰਨ ਲਈ ਮੈਂ ਵਾਪਸ ਆਊਂਗਾ, ਠੀਕ ਹੈ, ਜਾਂ ਫਿਰ ਜੋ ਤੁਸੀਂ ਜੌਬ ਕਰ ਰਹੇ ਹੋ, ਅਗਰ ਤੁਸੀਂ ਬੈਚਲਰ ਕੀਤੀ ਹੋਈ ਹੈ ਜਾਂ ਮਾਸਟਰ ਕੀਤੀ ਹੋਈ ਹੈ, ਤਾਂ ਸੈਲਰੀ ਜਸਟੀਫਾਈ ਕਰ ਪਾ ਰਹੀ ਹੈ ਜੋ ਤੁਹਾਡੀ ਐਜੂਕੇਸ਼ਨ ਹੈ ਤੇ ਐਕਸਪੀਰੀਅੰਸ ਹੈ। ਐਵੇਂ ਤਾਂ ਨਹੀਂ ਹੈਗਾ ਕਿ ਮਾਸਟਰ ਦਾ ਬੱਚਾ ਹੈ ਤੇ 15,000 ਸੈਲਰੀ ਦਿਖਾ ਰਿਹਾ ਆ, ਤਾਂ ਕਿਤੇ ਨਾ ਕਿਤੇ ਲੈਵਲ ਆਫ ਐਸਟੈਬਲਿਸ਼ਮੈਂਟ ਤੇ ਜੋ ਤੁਹਾਡੀ ਆਪਣੀ ਕੰਟਰੀ ਵਿੱਚ ਹੈ ਜੋ ਸੈਟੀਸਫੈਕਸ਼ਨ ਲੈਵਲ ਹੈ ਉਹ ਤੇ ਕੁਐਸਚਨ ਮਾਰਕ ਆ ਜਾਂਦਾ ਆ। ਤਾਂ ਇਦਾਂ ਹੀ ਬਹੁਤ ਸਾਰੇ ਫੈਕਟਰਸ ਹੁੰਦੇ ਨੇ ਜਿਹਦੇ ਤੇ ਇਹ ਵਾਲਾ ਕੁਐਸਚਨ ਮਾਰਕ ਆ ਜਾਂਦਾ ਆ। ਜਦ ਆਪਾਂ ਆਪਣੀ ਕੰਟਰੀ ਵਿੱਚ ਆਪਣੇ ਜੋ ਸਾਡੇ ਪੇਰੈਂਟਸ ਨੇ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਨਹੀਂ ਦਿਖਾ ਰਹੇ, ਆਪਾਂ ਆਪਣੇ ਪੇਰੈਂਟਸ ਨੂੰ ਖੁਦ ਨੇ ਅਗਰ ਸਿਬਲਿੰਗ ਹੈਗਾ, ਕੋਈ ਵੱਡਾ ਭੈਣ ਭਰਾ ਹੈਗਾ ਆ, ਉਹਨੂੰ ਸਪਾਂਸਰ ਐਡ ਨਹੀਂ ਕੀਤਾ, ਇਟ ਮੀਨਸ ਸਾਡਾ ਉਹਨਾਂ ਨਾਲ ਰਿਲੇਸ਼ਨਸ਼ਿਪ ਇੰਨਾ ਸਟਰੋਂਗ ਨਹੀਂ ਹੈਗਾ ਤੇ ਹੋ ਸਕਦਾ ਹੈ ਕਿ ਅਸੀਂ ਵਾਪਸ ਨਾ ਆਈਏ। ਤਾਂ ਅਗਰ ਇਹ ਚੀਜ਼ਾਂ ਵੀਕ ਨੇ ਤਾਂ ਕਿਤੇ ਨਾ ਕਿਤੇ ਤੁਹਾਡੇ ਵੀਜ਼ਾ ਤੇ ਕੁਐਸਚਨ ਮਾਰਕ ਲੱਗ ਜਾਂਦਾ ਹੈ। ਓਕੇ, ਅੱਛਾ, ਜੇ ਕਿਸੇ ਦੀ ਘੱਟ ਸੈਲਰੀ ਹੈ ਉਹ ਵੀ ਇੰਪੈਕਟ ਪਾਉਂਦੀ ਹੈ ਕਿ ਵੀਜ਼ਾ ਨਹੀਂ ਆਏਗਾ? ਜੇ ਆਪਾਂ ਘੱਟ ਸੈਲਰੀ ਦੀ ਗੱਲ ਕਰੀਏ, ਘੱਟ ਸੈਲਰੀ ਦਾ ਮਤਲਬ ਇਹੀ ਹੈ ਕਿ ਜੋ ਆਪਾਂ ਐਕਸਪੀਰੀਅੰਸ ਇੱਥੇ ਸ਼ੋਅ ਕਰ ਰਹੇ ਹਾਂ, ਅਗਰ 10 ਸਾਲ ਦਾ ਐਕਸਪੀਰੀਅੰਸ ਸ਼ੋਅ ਕਰ ਰਹੇ ਹਾਂ ਐਂਡ ਬੈਚਲਰ ਕੀਤੀ ਹੋਈ ਹੈ, ਮਾਸਟਰ ਕੀਤੀ ਹੋਈ ਹੈ, ਤਾਂ ਐਟਲੀਸਟ ਉਹ ਚੀਜ਼ ਸਾਡੇ ਐਕਸਪੀਰੀਅੰਸ ਨੂੰ ਮੈਚ ਕਰਨਾ ਚਾਹੀਦਾ ਆ। ਅਗਰ ਮੈਚ ਨਹੀਂ ਕਰ ਰਿਹਾ, ਆਪਾਂ ਡਾਊਨਗ੍ਰੇਡਡ ਦਿਖਾ ਰਹੇ ਹਾਂ ਜਾਂ ਸੈਟੀਸਫੈਕਟਰੀ ਲੈਵਲ ਨਹੀਂ ਦਿਖਾ ਰਹੇ, ਐਸਓਪੀ 'ਚ ਬੋਲ ਰਹੇ ਹਾਂ ਕਿ ਮੈਂ ਇੰਡੀਆ ਤੋਂ ਤੰਗ ਹੈ, ਇੱਥੇ ਮੇਰੀ ਸੈਲਰੀ ਨਹੀਂ ਵੱਧਦੀ, ਤਾਂ 1000-2000 ਦੇ ਇੰਕਰੀਮੈਂਟ ਪਿੱਛੇ ਜਾਂ 10-20 ਹਜ਼ਾਰ ਦੇ ਇੰਕਰੀਮੈਂਟ ਪਿੱਛੇ ਮੈਂ ਹੁਣ ਕੈਨੇਡਾ 20 ਲੱਖ ਰੁਪਏ ਲਗਾ ਕੇ ਜਾਣਾ ਆ, ਤਾਂ ਇਟ ਡਜ਼ਨਟ ਮੇਕ ਸੈਂਸ ਇਨ ਮਤਲਬ ਵੀਜ਼ਾ ਆਫਿਸਰ ਨੂੰ ਇਹ ਸਮਝ ਨਹੀਂ ਆਉਂਦਾ ਵੀ ਇਹ ਕੈਲਕੂਲੇਸ਼ਨ ਕੀ ਬੈਠ ਰਹੀ ਹੈ ਤੁਹਾਡੀ। ਤਾਂ ਤੁਸੀਂ ਖੁਦ ਦੀ ਕੰਟਰੀ ਵਿੱਚ ਅਗਰ ਸਕਸੈਸਫੁਲ ਹੈਗੇ ਹੋ, ਜੋ ਸਕਸੈਸਫੁਲ ਹੈ
ਆਪਣੀ ਖੁਦ ਦੀ ਕੰਟਰੀ ਦੇ ਵਿੱਚ ਉਹਨੂੰ ਕੈਨੇਡਾ ਬੁਲਾਏਗਾ। ਅਗਰ ਤੁਸੀਂ ਖੁਦ ਦੀ ਕੰਟਰੀ ਵਿੱਚ ਵੈਲ ਐਸਟੈਬਲਿਸ਼ ਨਹੀਂ ਹੈਗੇ ਔਰ ਤੁਸੀਂ ਨਹੀਂ ਦਿਖਾ ਪਾ ਰਹੇ ਕਿ ਮੇਰਾ ਬਾਹਰ ਆਉਣ ਦਾ ਮਕਸਦ ਕੀ ਹੈ ਐਂਡ ਕਰੀਅਰ ਨੂੰ ਮੇਰੇ ਗਰੋਥ ਕਿੱਦਾਂ ਮਿਲੇਗੀ ਇਹ ਵਾਲੀ ਸਟੱਡੀ ਲੈਣ ਤੋਂ ਬਾਅਦ ਤੇ ਕੈਨੇਡਾ ਆਉਣ ਤੋਂ ਬਾਅਦ, ਤਾਂ ਫਿਰ ਆਬਵੀਅਸਲੀ ਵੀਜ਼ਾ ਆਫਿਸਰ ਵੀਜ਼ਾ ਨਹੀਂ ਦੇਗਾ। ਕ੍ਰੀਮ ਪ੍ਰੋਫਾਈਲ ਹੀ ਚਾਹੀਦੀ ਹੈ। ਇਸ ਚੀਜ਼ ਨੂੰ ਤੁਸੀਂ ਆਪਣੇ ਦਿਲ ਤੇ ਦਿਮਾਗ ਦੇ ਵਿੱਚ ਬਿਠਾ ਲਓ, ਹਨਾ, ਕਿ ਚੀਜ਼ਾਂ ਉਹਨਾਂ ਨੂੰ ਜੇ ਅਸੀਂ ਆਪਣੇ ਮੁਲਕ 'ਚ ਸਾਨੂੰ ਕੋਈ ਨਹੀਂ ਪੁੱਛ ਰਿਹਾ ਤਾਂ ਉਹਨਾਂ ਨੂੰ ਸਾਡੀ ਬਿਲਕੁਲ ਜ਼ਰੂਰਤ ਨਹੀਂ ਹੈਗੀ, ਹੈ ਨਾ। ਇਹ ਪੂਰੀ ਤਰ੍ਹਾਂ ਸੱਚ ਵੀ ਨਹੀਂ ਹੈ। ਇਹ ਜ਼ਰੂਰੀ ਨਹੀਂ ਹੈ ਕਿ ਹੁਣ ਸਾਰੇ ਹੀ 90% ਹੀ ਕੈਨੇਡਾ ਨੂੰ ਚਾਹੀਦੇ ਨੇ, 80% ਹੀ ਚਾਹੀਦੇ ਨੇ, ਠੀਕ ਹੈ। ਸਕਿੱਲਸ ਮੈਟਰ ਕਰਦੀਆਂ ਨੇ ਕੈਨੇਡਾ ਦੇ ਵਿੱਚ, ਸਕਿੱਲਸ ਤਾਂ ਮੈਟਰ ਕਰਦੀਆਂ ਹੀ ਨੇ, ਬਟ ਜੋ ਓਵਰਆਲ ਤੁਹਾਡੀ ਗਰੋਥ ਹੈ, ਠੀਕ ਹੈ। ਹੁਣ ਮਤਲਬ ਲਾਈਕ 50% ਵਾਲੇ ਦਾ ਵੀ ਵੀਜ਼ਾ ਆਉਂਦਾ ਆ, 55% ਹੈ, ਠੀਕ ਹੈ, 48% ਹੈ, ਉਹਨਾਂ ਦਾ ਵੀ ਵੀਜ਼ਾ ਆਉਂਦਾ ਆ। ਤੋ ਅਪਰੋਚ ਸਾਡੀ ਕੀ ਹੈ, ਅਲਟੀਮੇਟ ਮਾਈਂਡਸੈਟ ਕੀ ਹੈ, ਉਹ ਸਾਰੀਆਂ ਚੀਜ਼ਾਂ ਰਿਫਲੈਕਟ ਕਰਦੀਆਂ ਨੇ। ਐਂਡ ਅਗਰ ਮੰਨ ਲਓ ਸਾਡੇ ਓਵਰਆਲ ਜੋ ਪਰਸੈਂਟੇਜ ਹੈ 55% ਹੈ, ਬਟ ਕਿਸੇ ਇੱਕ ਪਾਰਟਿਕੂਲਰ ਸਬਜੈਕਟ ਵਿੱਚ ਅਸੀਂ ਬਹੁਤ ਜ਼ਿਆਦਾ ਐਕਸੈਲ ਕਰ ਰਹੇ ਹਾਂ ਤੇ ਉਸੇ ਸਬਜੈਕਟ ਵਿੱਚ ਅਸੀਂ ਅੱਗੇ ਸਟੱਡੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਫਿਰ ਸਪੈਸ਼ਲਾਈਜੇਸ਼ਨ ਨੂੰ ਚੂਜ਼ ਕਰ ਰਹੇ ਹਾਂ, ਠੀਕ ਹੈ। ਆਈਟੀ ਵਿੱਚ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕਰ ਦਿੰਨੇ ਆ ਤਾਂ ਵੇ ਆਫ ਪ੍ਰੈਜੈਂਟੇਸ਼ਨ ਦੇ ਬੇਸ ਤੇ ਸਾਨੂੰ ਵੀਜ਼ਾ ਮਿਲ ਜਾਏਗਾ। ਡੈਫੀਨਿਟਲੀ, ਰਾਈਟ। ਥੈਂਕ ਯੂ ਸੋ ਮਚ ਗੱਲਬਾਤ ਕਰਨ ਦੇ ਲਈ। ਜਾਂਦੇ ਜਾਂਦੇ ਕੁਝ ਖਾਸ ਸੁਨੇਹਾ ਦੇਣਾ ਚਾਹੋਗੇ ਸਾਡੀ ਆਡੀਅנס ਨੂੰ? ਜਾਂਦੇ ਜਾਂਦੇ ਇਹੀ ਸੁਨੇਹਾ ਆ ਕਿ ਅਗਰ ਤੁਹਾਡੀ ਰਿਫਿਊਜ਼ਲ ਪਹਿਲਾਂ ਆਈ ਹੋਈ ਹੈ 1 ਵਾਰ 2 ਵਾਰ 3 ਵਾਰ 4 ਵਾਰ, ਤਾਂ ਤੁਸੀਂ ਡੈਫੀਨਿਟਲੀ ਸਾਨੂੰ ਸਪਿਰਿਟ ਇੰਟਰਨੈਸ਼ਨਲ ਦੀ ਟੀਮ ਨੂੰ ਅਪਰੋਚ ਕਰ ਸਕਦੇ ਹੋ, ਠੀਕ ਹੈ। ਜੋ ਸਾਡਾ ਰੈਕਡ ਰਿਹਾ ਆ 15 ਸਾਲ ਦਾ ਗੈਪ, 42 ਏਜ, ਠੀਕ ਹੈ, ਐਂਡ 5-6 ਰਿਫਿਊਜ਼ਲ ਵਾਲੇ ਕੇਸਿਸ ਵੀ ਆਪਾਂ ਨੇ ਕਢਵਾਏ ਹੋਏ ਨੇ ਕੈਨੇਡਾ ਦੇ। ਸੋ ਯੂ ਕੈਨ ਡੈਫੀਨਿਟਲੀ ਅਪਰੋਚ ਅਸ, ਬਟ ਉਹਦੇ ਵਿੱਚ ਇਹੀ ਹੈ ਕਿ ਜਦ ਤੁਸੀਂ ਸਾਨੂੰ ਅਪਰੋਚ ਕਰ ਰਹੇ ਹੋ ਤਾਂ ਫਿਰ ਗੱਲ ਵੀ ਮੰਨਣੀ ਪੈਣੀ ਹੈ। ਅਗਰ ਆਪਾਂ ਗੱਲ ਹੀ ਨਹੀਂ ਮੰਨ ਰਹੇ, 4 ਵਾਰ ਰਿਫਿਊਜ਼ਲ ਲੈ ਕੇ ਵੀ ਆਪਣੀ ਹੀ ਚਲਾਣੀ ਹੈ, ਤਾਂ ਫਿਰ ਵੀਜ਼ਾ ਨਹੀਂ ਆਏਗਾ। ਠੀਕ ਹੈ ਜੀ, ਸਿਰਫ ਫਿਰ ਵੀਜ਼ਾ ਨਹੀਂ ਆਏਗਾ। ਜੇ ਕੰਸਲਟੈਂਟ ਨੂੰ ਚੂਜ਼ ਕਰ ਰਹੇ ਹੋ ਤਾਂ ਕੰਸਲਟੈਂਟ ਦੀ ਗੱਲ ਦੇ ਉੱਤੇ ਥੋੜਾ ਜਿਹਾ ਵਿਸ਼ਵਾਸ ਵੀ ਜ਼ਰੂਰ ਕਰੋ। ਥੈਂਕ ਯੂ ਸੋ ਮਚ ਮੈਡਮ ਗੱਲਬਾਤ ਕਰਨ ਦੇ ਲਈ, ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸਤਿ ਸ਼੍ਰੀ ਅਕਾਲ। ਇਨਫੋਰਮੇਸ਼ਨ ਕਿਸ ਤਰੀਕੇ ਦੀ ਲੱਗੀ ਕਮੈਂਟ ਕਰਕੇ ਸਾਨੂੰ ਤੁਸੀਂ ਦੱਸ ਸਕਦੇ ਹੋ, ਔਰ ਤੁਸੀਂ ਚਾਹੁੰਦੇ ਹੋ ਤੁਹਾਡੇ ਕਿਸੇ ਵਿਸ਼ੇ ਦੇ ਉੱਪਰ ਅਗਲਾ ਐਪੀਸੋਡ ਲੈ ਕੇ ਹਾਜ਼ਰ ਹੋਈਏ ਤਾਂ ਤੁਸੀਂ ਉਹ ਵੀ ਕਮੈਂਟ ਕਰਕੇ ਸਾਡੇ ਨਾਲ ਆਪਣਾ ਜਿਹੜਾ ਸਵਾਲ ਹੈ ਉਹ ਸ਼ੇਅਰ ਕਰ ਸਕਦੇ ਹੋ। ਫਿਰ ਤੋਂ ਆਵਾਂਗੇ ਜੀ, ਧਿਆਨ ਰੱਖੋ। ਸਤਿ ਸ਼੍ਰੀ ਅਕਾਲ।